हाँ जी, देखो क्वेश्चन नंबर 12 ਇਹ ਆਪਣੇ ਕੋਲ ਟਾਈਮ ਐਂਡ ਵਰਕ ਦੀ ਟਾਈਪ 2 ਹੈ। ਮਤਲਬ ਕਿ ਇਸ ਜਿਹੜੇ ਕੁਐਸਚਨ ਹੋਣਗੇ ਉਹ ਚ ਹੋਊਗਾ ਲੀਵ ਆਫਟਰ ਔਰ ਬਿਫੋਰ। ਮਤਲਬ ਕਿ ਕੁਐਸਚਨ ਕਿਵੇਂ ਦੇ ਹੋਣਗੇ, ਜੇ ਆਪਣੇ ਕੋਲ ਦੋ ਪਰਸਨ ਕੰਮ ਕਰ ਰਹੇ ਨੇ ਏ ਤੇ ਬੀ, ਤਾਂ ਉਹਦੇ ਵਿੱਚੋਂ ਇੱਕ ਪਰਸਨ ਕੁਝ ਟਾਈਮ ਬਾਅਦ ਕੰਮ ਛੋੜ ਦੂਗਾ, ਲੈਫਟ ਕਰ ਜੂਗਾ, ਜਾਂ ਆਪਾਂ ਨੂੰ ਗਿਵਨ ਹੋਊਗਾ ਕਿ ਉਹ ਕੰਮ ਖਤਮ ਹੋਣ ਤੋਂ ਕੁਝ ਟਾਈਮ ਉਹਨੇ ਸਟਾਪ ਕਰਤਾ ਕੰਮ ਪਹਿਲਾਂ ਲੈਫਟ ਕਰਕੇ। ਤਾਂ ਇਸ ਤਰ੍ਹਾਂ ਦੇ ਕੁਐਸਚਨ ਹੋਣਗੇ ਇਹਦੇ ਵਿੱਚ। ਤਾਂ ਦੇਖੋ ਜੀ, ਆਪਾਂ ਕੁਐਸਚਨ ਨੰਬਰ 1 ਤੋਂ ਸਟਾਰਟ ਕਰਦੇ ਹਾਂ। ਇਸ ਕੁਐਸਚਨ ਨੂੰ ਪਹਿਲਾਂ ਆਪਾਂ ਚੰਗੀ ਤਰ੍ਹਾਂ ਸਮਝਾਂਗੇ, ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਇਸ ਦੇ ਬੇਸ ਤੇ ਇੱਕ ਸਿੰਪਲ ਫਾਰਮੂਲਾ ਬਣ ਜੂ, ਮਤਲਬ ਇੱਕ ਸਿੰਪਲ ਕਨਸੈਪਟ ਬਣ ਜਾਊਗਾ। ਫਿਰ ਆਪਾਂ ਉਸ ਦੇ ਬੇਸ ਤੇ ਜੋ ਬਾਕੀ ਕੁਐਸਚਨ ਨੇ ਆਪਣੇ ਪੈਂਡਿੰਗ ਉਹ ਆਪਾਂ ਕਰਾਂਗੇ, ਠੀਕ ਹੈ ਜੀ। ਪਹਿਲਾਂ ਆਪਾਂ ਇਹਦੇ ਦੋ ਕੁਐਸਚਨ ਬੇਸਿਕ ਨਾਲ ਕਰਦੇ ਹਾਂ ਜੀ। ਬਿਲਕੁਲ ਦੇਖੋ ਕੀ ਆ ਆਪਣੇ ਕੋਲ ਕੁਐਸਚਨ ਨੰਬਰ 12 ਦੇ ਵਿੱਚ, A ਐਂਡ B ਕੈਨ ਡੂ ਏ ਵਰਕ ਇਨ 18 ਐਂਡ 24 ਡੇਜ਼ ਰਿਸਪੈਕਟਿਵਲੀ। ਜਿਹੜਾ A ਹੈ ਉਹ 24 ਉਹ ਕੰਮ ਕਰਦਾ ਹੈ, ਕਿਸੇ ਕੰਮ ਨੂੰ 18 ਡੇਜ਼ ਦੇ ਵਿੱਚ ਕਰਦਾ, ਤੇ B 24 ਡੇਜ਼ ਚ ਕਰਦਾ। ਦੇ ਵਰਕ ਟੂਗੇਦਰ ਫॉर 8 ਡੇਜ਼ ਐਂਡ ਦੈਨ A ਲੈਫਟ। ਕਹਿੰਦਾ ਦੋਨਾਂ ਨੇ 8 ਦਿਨ ਇਕੱਠਿਆਂ ਨੇ ਕੰਮ ਕੀਤਾ, ਫਿਰ ਉਸ ਤੋਂ ਬਾਅਦ A ਲੈਫਟ ਹੋ ਗਿਆ, ਠੀਕ ਹੈ ਜੀ। 8 ਦਿਨ ਇਕੱਠਿਆਂ ਨੇ ਕੰਮ ਕੀਤਾ, A ਨੇ ਵੀ ਕੰਮ ਕੀਤਾ, B ਨੇ ਵੀ ਕੀਤਾ, ਉਸ ਤੋਂ ਬਾਅਦ ਚ A ਲੈਫਟ ਹੋ ਗਿਆ। ਤਾਂ ਆਪਣੇ ਤੋਂ ਪੁੱਛ ਰਿਹਾ ਦਾ ਰਿਮੇਨਿੰਗ ਵਰਕ ਵਾਸ ਫਿਨਿਸ਼ਡ ਬਾय B ਇਨ। ਕਹਿੰਦਾ ਜਿਹੜਾ ਪਿੱਛੇ ਕੰਮ ਬਚ ਗਿਆ ਉਹ B ਨੇ ਕਿੰਨੇ ਦਿਨ ਚ ਕੀਤਾ ਹੋਊਗਾ। ਦੇਖੋ ਸਟਾਰਟ ਆਪਾਂ ਉੱਥੇ ਹੀ ਕਰਨਾ, ਪਹਿਲਾਂ ਆਪਾਂ ਦੋਹਾਂ ਤੇ ਲਵਾਂਗੇ ਐਲਸੀਐਮ, 72 ਆ ਜਾਊਗਾ। ਤਾਂ A ਦੀ ਐਫੀਸ਼ੀਐਂਸੀ 4 ਆ ਗਈ, B ਦੀ ਐਫੀਸ਼ੀਐਂਸੀ ਕਿੰਨੀ ਆ ਗਈ, 3 ਆ ਗਈ। ਹੁਣ ਦੇਖੋ ਜੀ, ਜੇ A ਤੇ B 8 ਦਿਨ ਇਕੱਠੇ ਕੰਮ ਕਰਦੇ ਨੇ, ਤਾਂ A ਤੇ B ਦੀ ਇੱਕ ਦਿਨ ਦੀ ਐਫੀਸ਼ੀਐਂਸੀ ਕਿੰਨੀ ਹੈ, 7 ਹੈ। ਮਤਲਬ ਕਿ ਇੱਕ ਦਿਨ ਚ ਕਿੰਨਾ ਕੰਮ ਕਰਨਗੇ ਇਹ, 7 ਕਰਨਗੇ। ਤਾਂ 8 ਦਿਨ ਚ ਕਿੰਨਾ ਕੰਮ ਕਰਨਗੇ A ਤੇ B, ਇਹ ਕਰਨਗੇ 56। ਹੁਣ ਉਸ ਤੋਂ ਬਾਅਦ ਚ ਪਿੱਛੇ ਕਿੰਨਾ ਕੰਮ ਬਚ ਗਿਆ, ਪਿੱਛੇ ਜੋ ਕੰਮ ਪੈਂਡਿੰਗ ਹੈ ਉਹ ਆਪਾਂ ਨਿਕਾਲ ਲਾਂਗੇ, ਪਿੱਛੇ ਕੰਮ ਆ ਗਿਆ ਆਪਣੇ ਕੋਲ 16 ਬਚ ਗਏ। ਹੁਣ 8 ਦਿਨਾਂ ਬਾਅਦ ਲੈਫਟ ਕੌਣ ਕਰ ਗਿਆ, A ਲੈਫਟ ਕਰ ਗਿਆ। ਤਾਂ ਜਿਹੜਾ ਪਿੱਛੇ 16 ਕੰਮ ਬਾਕੀ ਰਹਿ ਗਿਆ 16, ਉਹਨੂੰ ਕਿਹਨੇ ਕਰਨਾ, B ਨੇ ਕਰਨਾ। B ਦੀ ਐਫੀਸ਼ੀਐਂਸੀ ਕਿੰਨੀ ਹੈਗੀ, 3। ਤਾਂ 16 ਬਾਏ ਆਪਾਂ ਕੀ ਕਰ ਦਾਂਗੇ, ਆਪਾਂ 3 ਕਰ ਦਾਂਗੇ, 5 1 ਬਾਏ ਆ ਜਾਊਗਾ 3 ਆ ਜਾਊਗਾ। ਤਾਂ 5 1 ਬਾਏ 3 ਦੇ ਵਿੱਚ ਕੀ ਹੋਊਗਾ, ਜਿਹੜਾ ਆਪਣੇ ਕੋਲ ਪਰਸਨ B ਹੈ ਉਹ ਪੈਂਡਿੰਗ ਕੰਮ ਨੂੰ ਪੂਰਾ ਕਰੂਗਾ, ਠੀਕ ਹੈ ਜੀ। ਇਹ ਆਪਣੇ ਕੋਲ ਕੁਐਸਚਨ ਨੰਬਰ 12 ਸੀਗਾ। ਹਾਂਜੀ ਦੇਖੋ ਕੁਐਸਚਨ ਨੰਬਰ 13, A can do a piece of work in 12 days and B can do it in 18 days. They work together for 2 days and then A leaves. How long will B take to finish the remaining work? देखो जी, सिंपल तरीके ना कर लिया करो, दोहां दा एलसीएम कितना आ गया 36। जे A 12 दिन च करदा तो A दी एफिशिएंसी कितनी आ गई, 3 आ गई, B दी एफिशिएंसी कितनी आ गई, 2 आ गई। ਹੁਣ ਦੋਹਾਂ ਨੇ ਕਿੰਨੇ ਦਿਨ ਕੰਮ ਕੀਤਾ, 2 ਦਿਨ। ਮਤਲਬ ਕਿ ਜੇ ਇੱਕ ਦਿਨ ਚ ਦੋਨੋਂ 5 ਦਿਨ 5 ਕੰਮ ਕਰਦੇ ਨੇ, ਤਾਂ ਦੋ ਚ ਕੰਮ ਕਿੰਨਾ ਕਰਨਗੇ, 2 ਦਿਨ ਚ ਕਿੰਨਾ ਕੰਮ ਕਰਨਗੇ, 10। ਤਾਂ ਪਿੱਛੇ ਕਿੰਨਾ ਕੰਮ ਰਹਿ ਗਿਆ ਆਪਣੇ ਕੋਲੇ, 26 ਬਚ ਗਏ ਜੀ। ਤਾਂ ਹੁਣ 26 ਨੂੰ ਕਿਹਨੇ ਕਰਨਾ, ਸਿਰਫ B ਨੇ ਕਰਨਾ ਹੈ। ਤਾਂ ਇਸ 26 ਨੂੰ ਆਪਾਂ B ਦੀ ਐਫੀਸ਼ੀਐਂਸੀ ਨਾਲ ਡਿਵਾਈਡ ਕਰ ਦਾਂਗੇ, ਕਿੰਨਾ ਆਂਸਰ ਆ ਜਾਊਗਾ, 13। 13 ਆਪਣਾ ਆਂਸਰ। ਅੱਗੇ ਦੇਖੋ ਜੀ ਕੁਐਸਚਨ ਨੰਬਰ 14, A and B can do a piece of work in 30 days. B and C can do the same work in 24 days. C and A in 20 days. They all work together for 10 days. Then B and C leave. How many days more will A take to finish the work? देखो जी, ये भी सेम ने, बस इस ਵਿੱਚ ਆਪਾਂ ਨੇ ਦੋ ਬੰਦੇ ਆਪਾਂ ਲੈਫਟ ਕਰ ਦਾਂਗੇ, B ਤੇ C 24 ਚ ਕਰਦੇ ਨੇ, A ਤੇ C ਕਰਦੇ ਨੇ 20 ਚ ਕਰਦੇ। ਤਾਂ ਐਲਸੀਐਮ ਇਹਨਾਂ ਦਾ 120 ਆ ਜਾਊਗਾ। AB ਦੀ ਐਫੀਸ਼ੀਐਂਸੀ ਕਿੰਨੀ ਆ ਜਾਊਗੀ, 4 ਆ ਜਾਊਗੀ। BC ਦੀ 5 ਆ ਜਾਊਗੀ, AC ਦੀ ਕਿੰਨੀ ਆ ਜਾਊਗੀ, 6 ਆ ਜਾਊਗੀ। ਤਾਂ A plus B plus C ਦੀ ਐਫੀਸ਼ੀਐਂਸੀ ਕਿੰਨੀ ਆ ਗਈ ਆਪਣੇ ਕੋਲ, 15 ਆ ਗਈ। ਤਾਂ ਕਿੰਨੇ ਦਿਨ ਕੰਮ ਕੀਤਾ ਇਹਨਾਂ ਨੇ, 10 ਦਿਨ। ਮਤਲਬ ਕਿੰਨਾ ਕੰਮ ਹੋ ਗਿਆ ਜੀ ਆਪਣੇ ਕੋਲੇ, ਇੱਕ ਮਿੰਟ ਰੁਕੋ ਜੀ, 6 ਐਫੀਸ਼ੀਐਂਸੀ, 5 ਐਫੀਸ਼ੀਐਂਸੀ, 120, 15, ਸੋਰੀ A plus B ਦੀ 15/2 ਆਊਗੀ, 7.5 ਆਊਗੀ, ਠੀਕ ਹੈ ਜੀ। ਹੁਣ A plus B ਨੇ ਕਿੰਨੇ ਦਿਨ ਕੰਮ ਕੀਤਾ, 10 ਦਿਨ ਕੰਮ ਕੀਤਾ। ਮਤਲਬ ਕਿ A plus B plus C ਸਾਰੇ ਮਿਲ ਕੇ 75 ਇਹਨਾਂ ਦਾ ਵਰਕ ਪੂਰਾ ਹੋ ਜਾਊਗਾ। ਪਿੱਛੇ ਕਿੰਨਾ ਵਰਕ ਬਚ ਗਿਆ, 45 ਬਚ ਗਿਆ। ਹੁਣ ਲੈਫਟ ਕੌਣ ਕਰ ਗਿਆ, B ਲੈਫਟ ਕਰ ਗਿਆ, C ਲੈਫਟ ਕਰ ਗਿਆ। ਤਾਂ ਪਿੱਛੇ ਕੌਣ ਬਚ ਗਿਆ, A ਬਚ ਗਿਆ। A ਦੀ ਐਫੀਸ਼ੀਐਂਸੀ ਆਪਾਂ ਨੂੰ ਪਤਾ ਕਰਨੀ ਪਊਗੀ। A plus B plus C ਦੀ ਐਫੀਸ਼ੀਐਂਸੀ 7.5 ਹੈ। ਇਹ ਜੋ ਆਪਾਂ B ਤੇ C ਦੀ ਐਫੀਸ਼ੀਐਂਸੀ ਮਾਈਨਸ ਕਰ ਦਾਂਗੇ, ਕਿੰਨੀ ਹੈ, 5। ਤਾਂ A ਦੀ ਐਫੀਸ਼ੀਐਂਸੀ ਆ ਜਾਊਗੀ ਆਪਣੇ ਕੋਲ 2.5। ਤਾਂ ਇਹਨੂੰ ਆਪਾਂ 2.5 ਨਾਲ ਕੀ ਕਰ ਦਾਂਗੇ, ਡਿਵਾਈਡ ਕਰ ਦਾਂਗੇ, 450/25 ਆ ਜਾਊਗਾ ਜੀ ਆਪਣੇ ਕੋਲੇ 18।
ਤਾਂ 18 ਦਿਨ ਦੇ ਵਿੱਚ ਜਿਹੜਾ ਪਿੱਛੇ ਕੰਮ ਬਾਕੀ ਰਹਿ ਗਿਆ ਇਹ ਕਰ ਦਿਓ। ਹਾਂਜੀ ਅੱਗੇ ਦੇਖੋ ਜੀ ਕੁਐਸਚਨ ਨੰਬਰ 15, ਇਹ ਤੁਸੀਂ ਵੀ ਕਰ ਲਿਓ ਜੀ। ਇਸ ਤੋਂ ਅੱਗੇ ਦੇਖਦੇ ਹਾਂ ਆਪਾਂ। क्वेश्चन नंबर 16 है जी अपने को, A and B can do a piece of work in 28:35. They begin to work but A leaves after some time and B completes the work in 17 days. After how many days did A leave? हाँ जी ये क्वेश्चन देख लो। ਇਹ ਚ ਆਪਾਂ ਨੂੰ ਕੀ ਗਿਵਨ ਹੈ, ਵੀ ਜਿਹੜਾ A ਹੈ ਉਹ 28 ਡੇਜ਼ ਦੇ ਵਿੱਚ ਕੰਮ ਕਰਦਾ ਹੈ, B 35 ਚ ਕੰਮ ਕਰਦਾ ਹੈ। ਤਾਂ ਹੁਣ ਦੇਖੋ ਆਪਾਂ ਇਹਨਾਂ ਦਾ ਕੀ ਲੈਣਾ, ਐਲਸੀਐਮ ਲੈਣਾ। ਇਸ ਦਾ ਮਤਲਬ ਹੁੰਦਾ 7/7 × 4, ਇਹਦਾ ਹੁੰਦਾ 7 × 5। 7 ਦੋਵਾਂ ਚ ਕਾਮਨ ਹੈਗਾ ਤੇ ਆਪਾਂ 4 ਤੇ 5 ਨਾਲ ਐਕਸਟਰਾ ਮਲਟੀਪਲਾਈ ਕਰ ਦਾਂਗੇ, ਮਤਲਬ ਕਿ 20 ਨਾਲ ਮਲਟੀਪਲਾਈ ਕਰ ਦਾਂਗੇ, 140 ਆ ਗਏ। ਹੁਣ ਇਹਦੇ ਵਿੱਚ 7 × 4 ਤਾਂ ਹੈਗਾ ਸੀਗਾ, ਤਾਂ ਇਹਦੀ ਐਫੀਸ਼ੀਐਂਸੀ 5 ਆ ਜੂਗੀ, ਇਹਦੀ ਐਫੀਸ਼ੀਐਂਸੀ 4 ਆ ਜੂਗੀ। ਇਸ ਤੋਂ ਅੱਗੇ ਦੇਖੋ ਜੀ, ਦੇ ਬਿਗੇਨ ਟੂ ਵਰਕ ਟੂਗੇਦਰ ਬਟ ਏ ਲੀਵਸ ਆਫਟਰ ਸਮ ਟਾਈਮ। ਕਹਿੰਦਾ ਇਹ ਕੁਝ ਦਿਨਾਂ ਬਾਅਦ ਲੈਫਟ ਹੋ ਗਿਆ। ਮਤਲਬ ਕਿ ਜੇ ਆਪਾਂ ਸਪੋਜ਼ ਕਰ ਲਈਏ ਕਿ ਜਿਹੜਾ ਏ ਹੈ ਉਹ ਆਫਟਰ ਡੀ ਡੇਜ਼ ਬਾਅਦ ਲੈਫਟ ਹੋਇਆ, ਆਫਟਰ ਡੀ ਡੇਜ਼ ਬਾਅਦ ਉਹ ਲੈਫਟ ਹੋ ਗਿਆ। ਤਾਂ ਹੁਣ ਦੇਖੋ ਜਿਹੜੇ ਡੀ ਡੇਜ਼ ਹੋਣਗੇ ਉਹਦੇ ਵਿੱਚ ਕੰਮ ਕਿਹਨੇ ਕੀਤਾ ਹੋਊਗਾ, ਏ ਤੇ ਵੀ ਦੋਹਾਂ ਨੇ ਕੀਤਾ ਹੋਊਗਾ ਜੀ। ਜਿਹੜਾ ਪਿੱਛੇ ਕੰਮ ਬਚ ਗਿਆ ਆਪਣੇ ਕੋਲੇ ਉਸ ਨੂੰ ਬੀ ਨੇ ਪੂਰਾ ਕੀਤਾ 17 ਡੇਜ਼ ਦੇ ਵਿੱਚ। ਤਾਂ ਆਪਾਂ ਕੀ ਕਰਾਂਗੇ, ਵੀ ਪਹਿਲਾਂ ਆਪਾਂ ਬੀ ਦਾ ਕੰਮ ਨਿਕਾਲ ਲਾਂਗੇ ਕਿ ਬੀ 70 ਡੇਜ਼ ਦੇ ਵਿੱਚ ਕਿੰਨਾ ਕੰਮ ਕਰਦਾ ਹੈ। ਤਾਂ ਬੀ ਦੀ ਐਫੀਸ਼ੀਐਂਸੀ ਕਿੰਨੀ ਹੈ 4, ਤਾਂ ਬੀ 17 ਡੇਜ਼ ਦੇ ਵਿੱਚ 4 ਨਾਲ ਮਲਟੀਪਲਾਈ 60, ਇਹ ਕਿੰਨਾ ਕੰਮ ਕਰ ਦੂਗਾ ਜੀ 68। ਤਾਂ ਟੋਟਲ ਕਿੰਨਾ ਵਰਕ ਹੈ 140, ਤਾਂ ਪਿੱਛੇ 72 ਬਚ ਗਿਆ ਜੀ ਆਪਣੇ ਕੋਲੇ। ਹੁਣ ਜਿਹੜਾ 72 ਵਰਕ ਹੈ ਉਹ ਕਿਹਨੇ ਕੀਤਾ ਹੋਊਗਾ, ਏ ਤੇ ਬੀ ਦੋਹਾਂ ਨੇ ਕੀਤਾ ਹੋਊਗਾ ਜੀ, ਕਿਉਂਕਿ ਏ ਤੇ ਬੀ ਨੇ ਪਹਿਲੇ ਡੀ ਡੇਜ਼ ਕੰਮ ਕੀਤਾ ਹੈਗਾ, ਉਦੋਂ ਬਾਅਦ ਸਿਰਫ ਏ ਲੈਫਟ ਹੋਇਆ ਤੇ ਪਿੱਛੇ ਜੋ ਕੰਮ ਬਚ ਗਿਆ ਉਹ ਬੀ ਨੇ ਕੀਤਾ ਸੀਗਾ 17 ਡੇਜ਼ ਦੇ ਵਿੱਚ। ਤਾਂ ਆਪਾਂ ਬੀ ਦਾ 17 ਡੇਜ਼ ਦਾ ਵਰਕ ਪਤਾ ਕਰ ਲਿਆ, ਕਿੰਨਾ ਆ ਗਿਆ 68 ਆ ਗਿਆ। ਤਾਂ ਜਿਹੜਾ ਫਸਟ 72 ਵਰਕ ਸੀਗਾ ਉਹ ਕਿਹਨੇ ਕੀਤਾ ਹੋਊਗਾ, ਏ ਤੇ ਬੀ ਨੇ ਕੀਤਾ ਹੋਊਗਾ। ਤਾਂ ਹੁਣ ਆਪਾਂ ਨੇ ਏ ਤੇ ਬੀ ਦੇ ਆਪਾਂ ਨੇ ਨੰਬਰ ਆਫ ਡੇਜ਼ ਨਿਕਾਲ ਲਾਂਗੇ ਆਪਾਂ, ਕਿੰਨੇ ਆਣਗੇ ਕਿ ਜਿਹੜਾ 72 ਵਰਕ ਹੈ ਦੋਵਾਂ ਦੀ ਐਫੀਸ਼ੀਐਂਸੀ ਕਿੰਨੀ ਹੈ 9 ਹੈ, ਤਾਂ ਕਿੰਨੇ ਆ ਗਿਆ ਜੀ ਆਪਣੇ ਕੋਲ 8 ਆ ਗਿਆ। ਮਤਲਬ ਕਿ ਪਹਿਲੇ 8 ਦਿਨ ਏ ਤੇ ਬੀ ਦੋਹਾਂ ਨੇ ਕੰਮ ਕੀਤਾ, ਮਤਲਬ ਕਿ ਪਹਿਲੇ 8 ਦਿਨ ਏ ਨੇ ਕੰਮ ਕੀਤਾ। ਤਾਂ ਇਹਨਾਂ ਨੇ ਆਪਣੇ ਤੋਂ ਕੀ ਪੁੱਛਿਆ, ਕਹਿੰਦਾ ਕਿੰਨੇ ਦਿਨਾਂ ਬਾਅਦ ਏ ਲੈਫਟ ਹੋਊਗਾ, ਤਾਂ ਕੀ ਆਨਸਰ ਆ ਜਾਊਗਾ, ਸੀ ਆਨਸਰ ਆ ਜਾਊਗਾ। ਹਾਂਜੀ ਦੇਖੋ ਕੁਐਸਚਨ ਨੰਬਰ 18 ਕੀ ਹੈ ਜੀ ਆਪਣੇ ਕੋਲ, A, B and C can complete a work in 10, 12 and 15 days respectively। ਤਾਂ A ਕਿਸੇ ਵਰਕ ਨੂੰ 10 ਡੇਜ਼ ਚ ਕੰਪਲੀਟ ਕਰਦਾ ਹੈ, B 12 ਚ ਕਰਦਾ ਹੈ ਤੇ C 15 ਚ ਕਰਦਾ ਹੈ। ਐਲਸੀਐਮ ਇਹਨਾਂ ਦਾ ਕਿੰਨਾ ਆ ਜਾਊਗਾ 60 ਆ ਜਾਊਗਾ। ਇੱਥੇ ਤੱਕ ਆਪਾਂ ਸਟੈਪ ਸੇਮ ਕਰਨੇ ਨੇ, A ਦੀ ਐਫੀਸ਼ੀਐਂਸੀ 6 ਆ ਗਈ, B ਦੀ 5 ਆ ਗਈ ਤੇ C ਦੀ ਐਫੀਸ਼ੀਐਂਸੀ 4 ਆ ਗਈ। ਹੁਣ ਦੇਖੋ ਜੀ ਕੀ ਕਹਿ ਰਿਹਾ, ਕਹਿੰਦਾ ਬਟ A left the work before 5 days of its completion। ਦੇਖੋ ਜੀ ਪਹਿਲਾਂ ਆਪਾਂ ਇਸ ਕੁਐਸਚਨ ਨੂੰ ਬੇਸਿਕ ਨਾ ਕਰਾਂਗੇ ਜੀ ਬਿਲਕੁਲ। ਦੇਖੋ ਕੀ ਕਹਿ ਰਿਹਾ, ਕਹਿੰਦਾ ਬਟ A left the work before 5 days of its completion। ਕਹਿੰਦਾ A ਨੇ ਕੰਮ ਖਤਮ ਹੋਣ ਤੋਂ 5 ਦਿਨ ਲੈਫਟ ਪਹਿਲਾਂ ਕੀਤਾ, ਠੀਕ ਹੈ ਜੀ। B also left the work 2 days after A left। ਕਹਿੰਦਾ B ਨੇ ਉਦੋਂ ਲੈਫਟ ਕੀਤਾ ਜਦੋਂ A ਲੈਫਟ ਹੋ ਚੁੱਕਿਆ, ਉਦੋਂ 2 ਦਿਨ ਬਾਅਦ ਲੈਫਟ ਕਰਤਾ। ਇਨ ਹਾਊ ਮੈਨੀ ਡੇਜ਼ ਵਾਸ ਦਾ ਵਰਕ ਕੰਪਲੀਟਡ। ਦੇਖੋ ਜੀ ਇੱਥੇ ਮਤਲਬ ਕਿ ਜੋ ਬੱਚੇ ਗਲਤੀ ਕਰਦੇ ਨੇ ਉਹ ਵੀ ਦੇਖ ਲਓ ਜੀ ਪਹਿਲਾਂ ਇੱਕ ਵਾਰੀ। ਉਹ ਕੀ ਕਰਦੇ ਨੇ ਜੀ, ਪਹਿਲਾਂ ਨਿਕਾਲ ਲੈਂਦੇ ਨੇ ਵੀ ਜਿਹੜਾ ਵਰਕ ਕਿੰਨੇ ਡੇਜ਼ ਚ ਕੰਪਲੀਟ ਹੋਊਗਾ। ਮੈਂ ਹੁਣ ਤੁਹਾਨੂੰ ਜੋ ਇਹਦੀ ਗਲਤੀ ਹੁੰਦੀ ਹੈ ਤੁਹਾਨੂੰ ਉਹ ਵੀ ਦੱਸਦਾ ਜੀ, ਉਸ ਦਿਨ ਆਨਸਰ ਕਿਵੇਂ ਆਊਗਾ। ਠੀਕ ਹੈ ਜੀ, ਦੇਖੋ ਕਿੰਨਾ ਵਰਕ ਹੈ ਜੀ ਆਪਣੇ ਕੋਲੇ, ਵਰਕ ਕਿੰਨਾ 60। ਤਾਂ ਕੁਝ ਬੱਚੇ ਕੀ ਕਰਦੇ ਨੇ ਪਹਿਲਾਂ ਇਹਦੇ ਨੰਬਰ ਆਫ ਡੇਜ਼ ਨਿਕਾਲ ਲੈਂਦੇ ਨੇ, ਕਿੰਨੇ ਆ ਗਏ ਜੀ ਇਹਦੇ 15, 4 ਦਿਨ ਆ ਗਏ ਜੀ, ਮਤਲਬ ਕਿ 4 ਦਿਨ ਚ ਕੰਮ ਪੂਰਾ ਹੋ ਜਾਊਗਾ ਜੇ ਸਾਰੇ ਮਿਲ ਕੇ ਕੰਮ ਕਰਨ। ਬਟ ਹੁਣ ਉਹ ਸੋਚਦੇ ਕੀ ਨੇ ਵੀ ਕੁਐਸਚਨ ਚ ਕੀ ਲਿਖਿਆ ਹੈ ਵੀ A left the work before 5 days of completion। ਹੁਣ ਉਹ ਉੱਥੇ ਜਾ ਕੇ ਫਸ ਜਾਂਦੇ ਨੇ ਵੀ ਜਿਹੜਾ ਕੰਮ ਤਾਂ ਵੀ 4 ਦਿਨ ਚ ਹੀ ਪੂਰਾ ਹੋ ਗਿਆ, ਵੀ A ਨੇ 5 ਦਿਨ ਲੈਫਟ ਕਿਵੇਂ ਕਰਤਾ ਜੀ ਉਸ ਤੋਂ ਪਹਿਲਾਂ। ਠੀਕ ਹੈ ਨਾ ਜੀ, ਉਹਨਾਂ ਦੇ ਕਹਿਣ ਦਾ ਮਤਲਬ ਕੀ ਹੈ ਵੀ A ਨੇ ਤਾਂ ਜਿੰਨੇ ਵੀ ਦਿਨ ਚ ਕੰਮ ਪੂਰਾ ਹੋਇਆ ਹੋਊਗਾ A ਨੇ ਉਸ ਤੋਂ 5 ਦਿਨ ਲੈਫਟ ਕਰ ਗਿਆ ਜੀ ਪਹਿਲਾਂ। ਦੇਖੋ ਜੀ ਹੁਣ ਇਹਦਾ ਅਸਲੀ ਮੀਨਿੰਗ ਕੀ ਹੈ ਇਸ ਚੀਜ਼ ਦਾ, ਮੈਂ ਤੁਹਾਨੂੰ ਉਹ ਦੱਸਦਾ ਪਹਿਲਾਂ। ਆਪਾਂ ਕੀ ਸਪੋਜ਼ ਕਰਦੇ ਹਾਂ ਕਿ ਕੰਮ ਪੂਰਾ ਹੋਣ ਨੂੰ ਜਿਹੜੇ ਟਾਈਮ ਲੱਗਿਆ ਉਹ T ਡੇਜ਼ ਲੱਗੇ ਮੰਨ ਲਓ, ਠੀਕ ਹੈ ਜੀ। ਟਾਈਮ ਕਿੰਨਾ ਲੱਗਿਆ T ਡੇਜ਼। ਤਾਂ ਹੁਣ ਦੇਖੋ A ਨੇ ਕਿੰਨੇ ਦਿਨ ਕੰਮ ਕੀਤਾ ਹੋਊਗਾ, ਤਾਂ A ਨੇ T ਡੇਜ਼ ਤੋਂ 5 ਦਿਨ ਲੈਫਟ ਕੀ ਕਰਤਾ, ਕੰਮ ਲੈਫਟ ਪਹਿਲਾਂ ਕਰਤਾ। ਮਤਲਬ ਕਿ A ਨੇ ਸਿਰਫ T - 5 ਡੇਜ਼ ਕੰਮ ਕੀਤਾ ਹੋਊਗਾ।
ठीक है जी। ਤੇ ਉਸ ਤੋਂ ਬਾਅਦ ਬੀ ਬਾਰੇ ਕਹਿ ਰਹੇ ਨੇ ਆਪਾਂ ਨੂੰ, ਬੀ ਆਲਸੋ ਲੈਫਟ ਦਾ ਵਰਕ 2 ਡੇਜ਼ ਆਫਟਰ ਏ ਲੈਫਟ। ਤਾਂ ਕਹਿੰਦਾ ਬੀ ਨੇ ਜਦੋਂ ਏ ਲੈਫਟ ਹੋ ਗਿਆ ਤਾਂ ਉਦੋਂ ਬਾਅਦ ਚ ਜਿਹੜਾ ਬੀ ਸੀਗਾ ਉਹ 2 ਦਿਨ ਬਾਅਦ ਲੈਫਟ ਹੋ ਗਿਆ, ਮਤਲਬ ਕਿ ਬੀ ਨੇ ਏ ਤੋਂ 2 ਦਿਨ ਕੰਮ ਕੀ ਕੀਤਾ, ਵੱਧ ਕੀਤਾ ਹੈ। ਤਾਂ ਬੀ ਦਾ ਟਾਈਮ ਕਿੰਨਾ ਆ ਜਾਊਗਾ, ਟੀ ਮਾਈਨਸ ਕਿੰਨਾ ਬਣ ਜਾਊਗਾ, 3 ਬਣ ਜਾਊਗਾ। ਹੁਣ ਬਚ ਗਿਆ ਸੀ, ਸੀ ਤਾਂ ਲੈਫਟ ਹੀ ਨਹੀਂ ਹੋਇਆ, ਮਤਲਬ ਕਿ ਸੀ ਨੇ ਪੂਰੇ ਦੇ ਪੂਰੇ ਦਿਨ ਕੰਮ ਕੀਤਾ ਹੋਊਗਾ, ਟੀ ਦੇ ਟੀ ਦਿਨ। ਤਾਂ ਹੁਣ ਆਪਾਂ ਨੂੰ ਪਤਾ ਵੀ ਇਹ ਆਪਣੇ ਕੋਲ ਇਹਨਾਂ ਦਾ ਕੀ ਆ ਗਿਆ, ਟਾਈਮ ਆ ਗਿਆ। ਏ ਦਾ ਟਾਈਮ ਆ ਗਿਆ, ਬੀ ਦਾ ਟਾਈਮ ਆ ਗਿਆ ਤੇ ਸੀ ਦਾ ਟਾਈਮ ਆ ਗਿਆ। ਜੇ ਆਪਾਂ ਏ ਦੇ ਟਾਈਮ ਨੂੰ ਏ ਦੀ ਐਫੀਸ਼ੀਐਂਸੀ ਨਾਲ ਮਲਟੀਪਲਾਈ ਕਰ ਦਈਏ ਤੇ ਬੀ ਦੇ ਟਾਈਮ ਨੂੰ ਆਪਾਂ ਬੀ ਦੀ ਐਫੀਸ਼ੀਐਂਸੀ ਨਾਲ ਮਲਟੀਪਲਾਈ ਕਰ ਦਈਏ ਤੇ ਸੀ ਦੇ ਟਾਈਮ ਨੂੰ ਆਪਾਂ ਸੀ ਦੀ ਐਫੀਸ਼ੀਐਂਸੀ ਨਾਲ ਮਲਟੀਪਲਾਈ ਕਰ ਦਈਏ ਤਾਂ ਆਪਣੇ ਕੋਲ ਕੀ ਹੋ ਜਾਊਗਾ, ਜਿੰਨਾ ਵਰਕ ਹੈ ਉਨਾ ਪੂਰਾ ਹੋ ਜਾਊ। ਮਤਲਬ ਕਿੰਨਾ ਆ ਜਾਊਗਾ, 60। ਮਤਲਬ ਜਿਹੜੀ ਆਹ ਚੀਜ਼ ਹੈ ਇਹ ਆਪਣੇ ਕੋਲ ਕੀ ਆ ਗਈ, ਜਿੰਨਾ ਵਰਕ ਡਨ ਬਾਏ ਏ, ਆਹ ਚੀਜ਼ ਆ ਜਾਊ ਆਪਣੇ ਕੋਲੇ ਵਰਕ ਡਨ ਬਾਏ ਬੀ, ਤੇ ਆਹ ਚੀਜ਼ ਆ ਜਾਊ ਆਪਣੇ ਕੋਲੇ ਬਾਏ ਸੀ, ਸੀ ਦੇ ਕਿੰਨਾ ਕੰਮ ਕੀਤਾ। ਠੀਕ ਹੈ ਜੀ। ਤਾਂ ਸਾਰਾ ਮਿਲਾ ਕੇ ਕੰਮ ਕਿੰਨਾ ਬਣ ਗਿਆ, 60 ਬਣ ਗਿਆ, ਕਿਉਂਕਿ ਇਸ ਤੋਂ ਬਾਅਦ ਤਾਂ ਕੰਮ ਹੀ ਨਹੀਂ ਹੈ ਜੀ, ਪੂਰਾ ਹੋ ਜਾਊਗਾ। ਤਾਂ ਹੁਣ ਦੇਖੋ ਜੇ ਆਪਾਂ ਇਸ ਚੀਜ਼ ਨੂੰ ਸੋਲਵ ਕਰਦੇ ਹਾਂ ਆਪਣੇ ਕੋਲ ਕੀ ਆ ਜਾਊਗਾ, 60 ਮਾਈਨਸ 30, 5t ਮਾਈਨਸ 15 ਪਲੱਸ 4t ਇਕੁਅਲ ਟੂ 60। ਤਾਂ 60 5t ਪਲੱਸ 4t ਇਹ ਬਣ ਜੂ ਆਪਣੇ ਕੋਲੇ 11 15t ਮਾਈਨਸ 45 ਇਕੁਅਲ ਟੂ 60 ਦੇ। ਤਾਂ ਟੀ ਆ ਜੂ ਆਪਣੇ ਕੋਲੇ 105 ਡਿਵਾਈਡ ਬਾਈ 15 ਇਕੁਅਲ ਟੂ 7। ਤਾਂ ਟੋਟਲ ਨੰਬਰ ਆਫ ਡੇਜ਼ ਕਿੰਨੇ ਸੀਗੇ, 7 ਡੇਜ਼ ਸੀਗੇ। ਹੁਣ ਦੇਖੋ ਆਪਣੇ ਤੋਂ ਐਗਜ਼ਾਮੀਨਰ ਕੀ ਪੁੱਛ ਸਕਦਾ ਵੀ ਏ ਨੇ ਕਿੰਨੇ ਦਿਨ ਕੰਮ ਕੀਤਾ, ਇੱਕ ਤਾਂ ਆ ਚੀਜ਼ ਪੁੱਛ ਸਕਦਾ। ਤਾਂ ਆਪਾਂ ਕਹਿ ਦਾਂਗੇ ਜੀ ਸਾਰਾ ਕੰਮ 7 ਡੇਜ਼ ਚ ਪੂਰਾ ਹੋਇਆ, ਤਾਂ ਏ ਨੇ ਸਿਰਫ ਕਿੰਨੇ ਦਿਨ ਕੰਮ ਪੂਰਾ ਕੀਤਾ, 5 ਦਿਨ ਕੰਮ ਪੂਰਾ ਸਿਰਫ, ਸੋਰੀ। ਤਾਂ ਏ ਸੀ ਜਿਹੜਾ ਉਹ 5 ਦਿਨ ਲੈਫਟ ਪਹਿਲਾਂ ਕਰਕੇ ਦਿੱਤਾ, ਸਿਰਫ ਏ ਨੇ 2 ਦਿਨ ਕੰਮ ਕੀਤਾ। ਠੀਕ ਹੈ ਜੀ। ਤੇ ਜੇ ਬੀ ਦਾ ਪੁੱਛਿਆ ਹੋਊਗਾ ਤਾਂ ਬੀ ਨੇ ਇਸ ਤੋਂ ਵੱਧ ਕੰਮ ਕੀਤਾ ਸੀਗਾ 2 ਦਿਨ, ਤਾਂ ਆਪਾਂ 4 ਨਿਕਾਲ ਦਾਂਗੇ। ਤੇ ਜੇ ਸੀ ਦਾ ਪੁੱਛਣਗੇ, ਸੀ ਦੇ 7 ਡੇਜ਼ ਕੰਮ ਕੀਤਾ, ਤਾਂ ਆਪਾਂ ਆ ਵੀ ਚੀਜ਼ ਨਿਕਾਲ ਸਕਦੇ ਹਾਂ। ਹੁਣ ਦੇਖੋ ਇਹਨਾਂ ਨੇ ਕੀ ਕਿਹਾ, ਕਹਿੰਦਾ ਇਨ ਹਾਊ ਮੈਨੀ ਡੇਜ਼ ਦਾ ਵਰਕ ਵਿਲ ਕੰਪਲੀਟਡ, ਉਹ ਆਪਣੇ ਕੋਲ ਆਈ ਗਿਆ 7 ਡੇਜ਼ ਸੀਗੇ। ਠੀਕ ਹੈ ਜੀ। ਹੁਣ ਦੇਖੋ ਆਪਾਂ ਇੱਥੋਂ ਇੱਕ ਸਿੰਪਲ ਫਾਰਮੂਲਾ ਕੀ ਬਣਾਵਾਂਗੇ, ਕਿਵੇਂ ਆਪਾਂ ਇਸ ਚੀਜ਼ ਨੂੰ ਹੋਰ ਸਿੰਪਲ ਕਰ ਸਕਦੇ ਹਾਂਗੇ। ਆਪਾਂ ਨੇ ਕਰਨਾ ਕੀ ਆ, ਜੇ ਦੇਖੋ ਹੁਣ ਕੰਮ ਆਪਣੇ ਕੋਲ ਕੀ ਆ ਗਿਆ, ਜਿਹੜਾ ਆਪਣੇ ਕੋਲ ਵਰਕ ਸੀਗਾ ਉਹ ਕਿੰਨਾ ਆ ਗਿਆ, ਕਿੰਨਾ ਵਰਕ ਸੀ ਆਪਣੇ ਕੋਲੇ, ਆਪਾਂ ਨੇ ਕਿੰਨਾ ਸਪੋਜ਼ ਕੀਤਾ ਸੀਗਾ, 60। ਹੁਣ ਦੇਖੋ ਆਪਾਂ ਨੂੰ ਆਹ ਚੀਜ਼ ਪਤਾ ਹੈ ਵੀ ਜਿਹੜਾ ਏ ਹੈ ਉਹ 5 ਦਿਨ ਕੰਮ ਲੈਫਟ ਕਰ ਜਾਂਦਾ ਪਹਿਲਾਂ। ਜੇ ਆਪਾਂ ਕਹਿ ਦਈਏ ਵੀ ਜਿਹੜਾ ਏ ਹੈ ਉਹ ਕੰਮ ਨੂੰ ਲੈਫਟ ਨਾ ਕਰੇ, ਦੇਖੋ ਜੀ ਇਹ ਗੱਲ ਧਿਆਨ ਨਾਲ ਸਮਝਿਓ, ਆਪਾਂ ਕੀ ਚਾਹੁੰਦੇ ਹਾਂ ਵੀ ਜਿਹੜਾ ਏ ਹੈ ਉਹ ਕੰਮ ਨੂੰ ਲੈਫਟ ਨਾ ਕਰੇ। ਤਾਂ ਜੇ ਏ ਲੈਫਟ ਨਹੀਂ ਕਰਦਾ ਤਾਂ ਏ ਦੀ ਐਫੀਸ਼ੀਐਂਸੀ ਕਿੰਨੀ ਹੈ, 6 ਹੈ। ਤਾਂ ਜੇ ਏ 5 ਦਿਨ ਐਕਸਟਰਾ ਕੰਮ ਕਰ ਜੂਗਾ ਤਾਂ ਜਿਹੜਾ ਕੰਮ, ਤਾਂ ਏ ਦੀ ਐਫੀਸ਼ੀਐਂਸੀ 6 ਹੋਣ ਕਾਰਨ ਤਾਂ ਜਿਹੜਾ ਏ ਹੋਊਗਾ ਉਹ 30 ਜਿਹੜਾ ਵਰਕ ਹੋਊਗਾ ਉਹ ਤੇ ਉਹ ਕਰ ਦੂ, ਐਕਸਟਰਾ ਕਰ ਦੂਗਾ। ਠੀਕ ਹੈ ਨਾ ਜੀ। ਕਿਉਂਕਿ ਜੇ ਆਪਾਂ ਕਹਿ ਦਈਏ ਵੀ ਏ ਨੂੰ ਲੈਫਟ ਹੋਣ ਨਹੀਂ ਦੇਣਾ, ਤਾਂ ਏ 5 ਦਿਨ ਜਿਹੜੇ ਐਕਸਟਰਾ ਕੰਮ ਕਰੂਗਾ ਤਾਂ ਉਹ 30 ਲੈਫਟ, ਤਾਂ ਉਹ 30 ਵਰਕ ਐਕਸਟਰਾ ਕਰ ਦੂਗਾ। ਹੁਣ ਬੀ ਕੀ ਸੀਗਾ, ਬੀ ਜੇ ਏ ਆਪਣੇ ਕੋਲੇ ਕੰਮ ਖਤਮ ਹੋਣ ਤੋਂ 5 ਦਿਨ ਲੈਫਟ ਪਹਿਲਾਂ ਕਰਦਾ ਤੇ ਬੀ ਉਸ ਤੋਂ 2 ਦਿਨ ਬਾਅਦ ਲੈਫਟ ਕਰਦਾ, ਤਾਂ ਬੀ ਨੇ, ਜੇ ਆਪਾਂ ਪਿੱਛੋਂ ਦੇਖੀਏ ਤਾਂ ਬੀ ਨੇ ਮਤਲਬ ਕਿ ਬੀ ਨੇ ਕੀ 3 ਦਿਨ ਕੰਮ ਖਤਮ ਹੋਣ ਤੋਂ ਲੈਫਟ ਕੀਤਾ ਪਹਿਲਾਂ। ਠੀਕ ਹੈ ਨਾ ਜੀ। ਤਾਂ ਹੁਣ ਜੇ ਆਪਾਂ ਬੀ ਨੂੰ ਵੀ ਲੈਫਟ ਨਾ ਕਰਾਈਏ, ਜੇ ਆਪਾਂ ਬੀ ਨੂੰ ਵੀ ਲੈਫਟ ਨਾ ਕਰਾਈਏ ਤਾਂ ਬੀ ਦੀ ਐਫੀਸ਼ੀਐਂਸੀ ਕਿੰਨੀ ਹੈ, 5, ਤੇ ਬੀ ਆਪਣੇ ਕੋਲ ਕੀ 3 ਦਿਨ ਦੇ ਵਿੱਚ 15 ਕੰਮ ਕਰ ਦੂਗਾ ਜੀ ਐਕਸਟਰਾ। ਤਾਂ ਟੋਟਲ ਕਿੰਨਾ ਕੰਮ ਹੋ ਜਾਊਗਾ, 105 ਹੋ ਜਾਊਗਾ। ਤਾਂ ਟੋਟਲ 105 ਕੰਮ ਹੋ ਜਾਊਗਾ। ਹੁਣ ਲੈਫਟ ਏ ਵੀ ਨਹੀਂ ਕਰ ਰਿਹਾ, ਬੀ ਵੀ ਨਹੀਂ ਕਰ ਰਿਹਾ, ਸੀ ਵੀ ਨਹੀਂ ਕਰ ਰਿਹਾ ਹੈਗਾ, ਮਤਲਬ ਕਿ ਸਾਰੇ ਪਰਸਨ ਕੰਮ ਕਰ ਰਹੇ ਨੇਗੇ। ਤਾਂ 105 ਕੰਮ ਨੂੰ ਜੇ ਏ ਪਲੱਸ ਬੀ ਪਲੱਸ ਸੀ ਕੰਮ ਕਰਨਗੇ ਤਾਂ ਉਹਨਾਂ ਦੀ ਐਫੀਸ਼ੀਐਂਸੀ ਕਿੰਨੀ ਹੈ, 15। ਤਾਂ 7 ਡੇਜ਼ 'ਚ ਕੰਮ ਪੂਰਾ ਹੋ ਜਾਊਗਾ। ਤਾਂ 7 ਡੇਜ਼ ਆਪਣਾ ਕੀ ਸੀਗਾ, ਆਨਸਰ ਸੀਗਾ। ਤਾਂ ਆਪਾਂ ਨੂੰ ਇਹ ਸਾਰਾ ਕੁਝ, ਆਪਾਂ ਨੂੰ ਕੁਝ ਵੀ ਲਿਖਣ ਦੀ ਲੋੜ ਨਹੀਂ ਪੈਣੀ। ਤਾਂ ਜਿੰਨੇ ਦਿਨ ਬੰਦਾ ਪਹਿਲਾਂ ਲੈਫਟ ਕਰ ਰਿਹਾ ਉਹਦਾ ਕੰਮ ਉਹਦੇ ਵਿੱਚ ਆਪਾਂ ਐਕਸਟਰਾ ਐਡ ਕਰ ਦੋ ਤੇ ਉਹ ਬੰਦੇ ਨੂੰ ਆਪਾਂ ਲੈਫਟ ਹੋਣ ਨਹੀਂ ਦੇਣਾ। ਠੀਕ ਹੈ ਨਾ ਜੀ। ਤਾਂ ਇਸ ਤਰੀਕੇ ਨਾਲ ਆਪਾਂ ਕੁਐਸਚਨ ਬਹੁਤ ਈਜ਼ੀ ਕਰ ਸਕਦੇ ਹਾਂ ਜੀ, ਟਾਈਮ ਸੇਵ ਹੋ ਜਾਊਗਾ ਆਪਣਾ। ਹਾਂਜੀ ਤੁਸੀਂ ਨਾ ਆਹ ਚੀਜ਼ ਦੇਖ ਲਓ, ਇਹ ਚੀਜ਼ ਇੱਥੋਂ ਹੀ ਬਣੀ ਹੋਈ ਹੈ ਸੇਮ, ਜਿਹੜਾ -30 ਆਇਆ ਸੀ ਤੇ -15 ਸੀਗਾ, ਇਹ ਆਪਾਂ ਉੱਧਰ ਜਾ ਕੇ ਪਲੱਸ ਕੀਤੇ ਨੇ -45, ਬਿਲਕੁਲ ਉਸੇ ਕੰਸੈਪਟ ਤੇ ਇਹ ਚੀਜ਼ ਬਣੀ ਹੋਈ ਹੈ। ਠੀਕ ਹੈ ਜੀ। ਅੱਗੇ ਦੇਖੋ ਜੀ ਕੁਐਸਚਨ ਨੰਬਰ 90।
हाँ जी, देखो क्वेश्चन नंबर 19 की है, ए मैन एंड ए बॉय कैन कंप्लीट ए वर्क टुगेदर इन 24 days if for the last 6 days man alone does the work, then it completed in 26 days. How long the boy will take to complete the work alone? देखो जी किवें इस क्वेश्चन ਨੂੰ ਆਪਾਂ ਕਿਵੇਂ ਕਰ ਸਕਦੇ ਹਾਂ। ਦੇਖੋ ਜੇ ਇਸ ਕੁਐਸਚਨ ਨੂੰ ਆਪਾਂ ਨੇ ਕਰਨਾ ਹੋਵੇ ਤਾਂ ਆਪਾਂ ਇਸ ਕੁਐਸਚਨ ਨੂੰ ਇੱਕ ਲਾਈਨ 'ਚ ਕਰ ਸਕਦੇ ਹਾਂ ਜੀ। ਦੇਖੋ ਕਿਵੇਂ ਹੋਊਗਾ, ਪਹਿਲਾਂ ਮੈਂ ਤੁਹਾਨੂੰ ਪੂਰਾ ਮੈਂ ਕੁਐਸਚਨ ਕਰਦਾ ਜੀ, ਫਿਰ ਤੁਹਾਨੂੰ ਮੈਂ ਸਮਝਾਉਣਾ ਇਹਦਾ ਸੋਲੂਸ਼ਨ। ਦੇਖੋ ਜੀ ਕੀ ਕਹਿ ਰਿਹਾ ਆਪਾਂ ਨੂੰ, ਕਹਿੰਦਾ ਇੱਕ ਮੈਨ ਤੇ ਇੱਕ ਬॉय 24 ਡੇਜ਼ 'ਚ ਕੰਮ ਕਰਦੇ, ਜਿਹੜੇ ਕਹਿੰਦਾ ਲਾਸਟ ਵਾਲੇ 6 ਦਿਨ ਨੇ ਜੇ ਉਹਦੇ ਵਿੱਚ ਸਿਰਫ ਮੈਨ ਕੰਮ ਕਰੇ, ਮਤਲਬ ਕਿ ਬॉय ਨਾ ਕੰਮ ਕਰੇ, ਤਾਂ ਕੰਮ 26 ਦਿਨ 'ਚ ਪੂਰਾ ਹੋਊਗਾ। ਹਾਊ ਲੌਂਗ ਦਾ ਬॉय ਵਿਲ ਟੇਕ ਟੂ ਕੰਪਲੀਟ ਦਾ ਵਰਕ ਅਲੋਨ, ਤਾਂ ਕਹਿੰਦਾ ਜਿਹੜਾ ਬॉय ਹੈ ਉਹ ਕਿੰਨੇ ਦਿਨ 'ਚ ਕੰਮ ਕਰ ਦੂ। ਦੇਖੋ ਜੀ ਮੈਂ ਉਰੇ ਕੀ ਯੂਜ਼ ਕਰ ਰਿਹਾ, ਦੇਖੋ ਜੇ ਮੈਨ ਤੇ ਬॉय ਮਿਲ ਕੇ ਕੰਮ ਕਰਦੇ ਤਾਂ ਆਪਣੇ ਕੋਲ 24 ਦਿਨ 'ਚ ਕੰਮ ਹੋਣਾ ਸੀਗਾ। ਹੁਣ ਦੇਖੋ ਜਿਹੜੇ ਲਾਸਟ ਵਾਲੇ 6 ਦਿਨ ਨੇ, ਲਾਸਟ ਵਾਲੇ 6 ਦਿਨ ਸਿਰਫ ਮੈਨ ਕੰਮ ਕਰਦਾ, ਮਤਲਬ ਕਿ 18 ਦਿਨ ਮੈਨ ਤੇ ਬॉय ਨੇ ਕੰਮ ਕੀਤਾ ਹੋਊਗਾ ਜੀ ਦੋਹਾਂ ਨੇ। ਮਤਲਬ ਕਿ ਮੈਨ ਤੇ ਬॉय ਤਾਂ ਜੇ 18 ਦਿਨ ਕੰਮ ਕਰਦੇ ਨੇ ਦੋਨੋਂ ਇਕੱਠੇ, ਤਾਂ ਲਾਸਟ ਵਾਲੇ 6 ਦਿਨ ਸਿਰਫ ਮੈਨ ਕੰਮ ਕਰ ਰਹੇ। ਠੀਕ ਹੈ ਜੀ, ਲਾਸਟ ਵਾਲੇ ਜਿਹੜੇ 6 ਦਿਨ ਨੇ ਸਿਰਫ ਮੈਨ ਕੰਮ ਕਰ ਰਹੇ, ਤਾਂ ਉਹਨਾਂ ਨੂੰ 2 ਦਿਨ ਕੀ ਲੱਗਦੇ ਨੇ, ਫालतू ਲੱਗੇ। ਠੀਕ ਹੈ ਜੀ, ਐਕਸਟਰਾ ਲੱਗੇ ਉਹਨਾਂ ਨੂੰ 2 ਦਿਨ। ਤਾਂ ਹੁਣ ਇਹਨਾਂ ਨੇ ਬॉय ਦਾ ਪੁੱਛਿਆ, ਦੇਖੋ ਜੀ ਇਹਨੂੰ ਕਿਵੇਂ ਸਮਝਾਂਗੇ। ਦੇਖੋ ਜੇ ਮੈਂ ਪਹਿਲੇ 18 ਦਿਨ ਦਾ ਕੰਮ ਛੱਡਦਾ, ਜੇ ਮੈਂ ਸਿਰਫ ਲਾਸਟ 6 ਦਿਨ ਦਾ ਕੰਮ ਦੇਖਾਂ, ਤਾਂ ਉਸ ਕੰਮ ਨੂੰ ਮੈਨ ਕਰਦਾ 6 ਦਿਨ 'ਚ ਕਰੂਗਾ, ਸੌਰੀ 6 ਦਿਨ ਨਹੀਂ ਜੀ 8 ਦਿਨ 'ਚ, ਕਿਉਂਕਿ ਉਹਨਾਂ ਨੇ 18 ਦਿਨ ਕੰਮ ਕੀਤਾ ਨਾ, ਤਾਂ ਉਹਨਾਂ ਨੂੰ 26 ਦਿਨ ਲੱਗ ਗਏ, ਤਾਂ ਮਤਲਬ ਕਿ ਲਾਸਟ ਵਾਲੇ 8 ਦਿਨ ਮੈਨ ਨੇ ਕੰਮ ਕੀਤਾ ਹੋਊਗਾ। ਮੈਂ ਤੁਹਾਨੂੰ ਦੁਬਾਰਾ ਦੱਸਦਾ ਜੀ ਇਸ ਚੀਜ਼ ਨੂੰ। ਆਪਾਂ ਨੂੰ ਕੀ ਗਿਵਨ ਹੈ ਵੀ ਮੈਨ ਤੇ ਬॉय 24 ਡੇਜ਼ 'ਚ ਕੰਮ ਪੂਰਾ ਕਰਦੇ ਨੇ। ਹੁਣ ਕੀ ਕਹਿ ਰਿਹਾ, ਕਹਿੰਦਾ ਇਫ ਫॉर द ਲਾਸਟ 6 ਡੇਜ਼ ਮੈਨ ਅਲੋਨ ਡਸ ਦਾ ਵਰਕ ਦੈਨ ਇਟ ਕੰਪਲੀਟ ਇਨ 26 ਡੇਜ਼। ਹਾਂਜੀ ਹੁਣ ਦੇਖੋ, ਦੇਖੋ ਜੇ ਮੈਨ ਤੇ ਬॉय ਮਿਲ ਕੇ ਕੰਮ ਕਰਦੇ ਤਾਂ ਆਪਣੇ ਕੋਲ ਕੰਮ ਪੂਰਾ ਹੋਣਾ ਸੀਗਾ 24 ਦਿਨ ਦੇ ਵਿੱਚ। ਹੁਣ ਕਹਿੰਦਾ ਜਿਹੜਾ ਕੰਮ ਉਹ 26 ਦਿਨ 'ਚ ਪੂਰਾ ਹੋਇਆ, ਇਹ ਤਾਂ ਹੋਇਆ ਕਿਉਂਕਿ ਲਾਸਟ ਵਾਲੇ ਜਿਹੜੇ 6 ਦਿਨ ਨੇ, ਮਤਲਬ ਕਿ 26 ਦੇ ਵਿੱਚ ਜਿਹੜੇ ਲਾਸਟ 6 ਦਿਨ ਨੇ ਉਹ ਸਿਰਫ ਮੈਨ ਨੇ ਕੰਮ ਕੀਤਾ ਹੈਗਾ, ਤਾਂ ਮਤਲਬ ਕਿ ਪਹਿਲੇ 20 ਦਿਨ ਤਾਂ ਮੈਨ ਤੇ ਬॉय ਨੇ ਕੰਮ ਕੀਤਾ ਹੋਊਗਾ। ਠੀਕ ਹੈ ਜੀ, ਪਹਿਲੇ 20 ਦਿਨ ਤਾਂ ਮੈਨ ਤੇ ਬॉय ਨੇ ਕੰਮ ਕੀਤਾ। ਹੁਣ ਦੇਖੋ ਜਿਹੜਾ ਪਿੱਛੇ ਕੰਮ ਬਚ ਗਿਆ, ਜੇ ਇਸ ਨੂੰ ਮੈਨ ਤੇ ਬॉय ਕਰਦੇ, ਜਿਹੜਾ ਇਹ ਕੰਮ ਸੀਗਾ ਇਹ 4 ਦਿਨ 'ਚ ਪੂਰਾ ਹੋ ਜਾਂਦਾ, ਕਿਉਂਕਿ ਆਪਾਂ ਨੂੰ ਗਿਵਨ ਹੈ ਕਿ ਮੈਨ ਤੇ ਬॉय 24 ਦਿਨ 'ਚ ਕੰਮ ਕਰਦੇ ਨੇ, ਤਾਂ ਪਹਿਲੇ 20 ਦਿਨ ਦਾ ਮੈਨ ਤੇ ਬॉय ਨੇ ਕੰਮ ਕਰਤਾ। ਜੇ ਮੈਨ ਤੇ ਬॉय ਹੀ ਇਸ ਕੰਮ ਨੂੰ ਕਰਦੇ ਤਾਂ ਉਹ 4 ਦਿਨ 'ਚ ਪੂਰਾ ਹੋਣਾ ਸੀ, ਬਟ ਹੁਣ ਕੱਲਾ ਮੈਨ ਨੇ ਕੰਮ ਕੀਤਾ, ਤਾਂ ਉਸ ਕੰਮ ਨੂੰ ਦੇ ਕਿੰਨੇ ਲੱਗੇ, 6 ਦਿਨ ਲੱਗ ਗਏ। ਠੀਕ ਹੈ ਜੀ, ਜੇ ਆਪਾਂ ਇਹਨਾਂ ਦਾ ਐਲਸੀਐਮ ਲੈ ਲਾਂਗੇ, ਉਰੇ 12 ਆ ਜਾਊਗਾ, ਉਰੇ ਕਿੰਨਾ ਆ ਜਾਊਗਾ 3 ਆ ਜਾਊਗਾ, ਉਰੇ 2 ਆ ਜਾਊਗਾ। ਮਤਲਬ ਕਿ ਮੈਨ ਦੀ ਐਫੀਸ਼ੀਐਂਸੀ ਕਿੰਨੀ ਹੈਗੀ, 2 ਹੈ, ਬॉय ਦੀ ਐਫੀਸ਼ੀਐਂਸੀ ਕਿੰਨੀ ਆ ਗਈ, 1 ਆ ਗਈ। ਇੱਥੋਂ ਸਿਰਫ ਆਪਾਂ ਨੇ ਐਫੀਸ਼ੀਐਂਸੀ ਨਿਕਾਲਣੀ ਸੀ ਮੈਨ ਤੇ ਬॉय ਦੀ। ਹੁਣ ਆਪਾਂ ਨੇ ਪਤਾ ਕਰਨਾ ਕਿ ਬॉय ਕਿੰਨੇ ਦਿਨ 'ਚ ਸਾਰਾ ਕੰਮ ਪੂਰਾ ਕਰੂ। ਹੁਣ ਮੈਨ ਤੇ ਬॉय ਜੇ 24 ਦਿਨ 'ਚ ਕੰਮ ਪੂਰਾ ਕਰ ਸਕਦੇ ਨੇ, ਤਾਂ ਵਰਕ ਕਿੰਨਾ ਹੋਊ ਆਪਣੇ ਕੋਲੇ, 24 ਇੰਟੂ ਕਰਾਂਗੇ ਆਪਾਂ 3 ਮੈਨ ਤੇ ਬॉय ਦੀ ਐਫੀਸ਼ੀਐਂਸੀ ਦਾ ਸਮ, ਤਾਂ ਵਰਕ ਕਿੰਨਾ ਹੋ ਗਿਆ ਜੀ 72 ਹੋ ਗਿਆ। ਹੁਣ 72 ਨੂੰ ਸਿਰਫ ਕਿਹਨੇ ਕਰਨਾ, ਬॉय ਨੇ ਕੰਮ ਕਰਨਾ ਹੈ। ਬॉय ਦੀ ਐਫੀਸ਼ੀਐਂਸੀ ਕਿੰਨੀ ਹੈ 1, ਤਾਂ 72 ਬਾਈ ਆਪਾਂ 1 ਕਰ ਦਾਂ, ਕਿੰਨਾ ਆ ਜਾਊਗਾ 72 ਆ। ਠੀਕ ਹੈ ਜੀ, ਇਸ ਤਰੀਕੇ ਨਾਲ ਇਹ ਕੁਐਸਚਨ ਹੋ ਜਾਊਗਾ। ਹਾਂਜੀ ਦੇਖੋ क्वेश्चन नंबर 20, A and B together can complete the work in 3 days. They start together, but after 2 days B left the work. If the work is completed after 2 more days, B alone could do this work. ये ਤੁਸੀਂ ਵੀ ਕਰ ਲਿਓ ਜੀ, ਟਰਾਈ ਕਰ ਲਿਓ ਇਸ क्वेश्चन। 21 ਦੇਖੋ ਜੀ, ਇਹ ਵੀ ਕਰ ਲਿਓ ਜੀ, ਟਰਾਈ ਕਰ ਲਿਓ ਇਹਨੂੰ ਵੀ। ਚਲੋ ਇਸ ਨੂੰ ਆਪਾਂ ਦੇਖ ਲੈਂਦੇ ਹਾਂ ਜੀ ਇੱਕ ਵਾਰ ਇਹਨੂੰ। ABC can do a job in 6 days, 12 days and 15 days respectively. After 1/8 of the work is completed, C leaves the job. ਠੀਕ ਹੈ ਜੀ, ਕਹਿੰਦਾ 1/, ਕਿਸੇ ਕੰਮ ਦਾ 1/8 ਹਿੱਸਾ ਪੂਰਾ ਹੋਣ ਤੋਂ ਬਾਅਦ C ਨੇ ਜੌਬ ਲੈਫਟ ਕਰਤੀ, ਜਿਹੜਾ ਪਿੱਛੇ ਕੰਮ ਬਚ ਗਿਆ ਉਹ A ਤੇ B ਨੇ ਕੀਤਾ। ਟਾਈਮ ਟੇਕਨ ਟੂ ਫਿਨਿਸ਼ ਦਾ ਵਰਕ ਇਸ, ਤਾਂ ਕਹਿੰਦਾ ਕਿੰਨਾ ਟਾਈਮ ਵਿੱਚ ਕੰਮ ਪੂਰਾ ਹੋਊਗਾ। ਦੇਖੋ ਜੀ
ਪ੍ਰੋਸੈਸ ਪਹਿਲਾ ਪ੍ਰੋਸੈਸ ਬਿਲਕੁਲ ਸੇਮ ਹੈ, ਇਹ 6 ਦਿਨ ਚ ਕਰਦਾ, ਵੀ 12 ਦਿਨ ਚ ਕਰਦਾ, ਤੇ ਸੀ 15 ਦਿਨ ਚ ਕਰਦਾ। 60 ਆ ਗਈ ਜੀ ਇਹਨਾਂ ਦੀ ਐਫੀਸ਼ੀਐਂਸੀ, ਸੌਰੀ ਵਰਕ ਸਪੋਜ਼ ਕਰ ਲਿਆ ਆਪਾਂ ਨੇ। ਤੁਸੀਂ ਨਾ ਉਰੇ ਐਵੇਂ ਵੀ ਕਰ ਸਕਦੇ ਹੋ ਵੀ ਆਪਾਂ ਨੂੰ ਪਤਾ ਵੀ ਇਹ ਚੀਜ਼ 8 ਤੇ ਵੀ ਆਪਾਂ ਨੇ ਕਰਨੀ ਹੈ, ਡਿਵਾਈਡ ਕਰਨੀ, ਤਾਂ ਤੁਸੀਂ ਇਹਨੂੰ ਮਲਟੀਪਲਾਈ ਕਰ ਸਕਦੇ ਹੋ ਜੇ ਕਿ 2 ਨਾਲ, 120 ਆ ਜਾਊਗਾ ਨਾ ਆਪਣੇ ਕੋਲੇ ਵਰਕ, ਕਿਉਂਕਿ ਆਪਾਂ ਜੋ ਮਰਜ਼ੀ ਸਪੋਜ਼ ਕਰ ਸਕਦੇ ਹਾਂ ਵਰਕ। ਠੀਕ ਹੈ ਜੀ, ਤਾਂ ਆਪਾਂ 120 ਸਪੋਜ਼ ਕਰ ਲਿਆ, ਕਿਉਂਕਿ ਮੈਨੂੰ ਐ ਵੀ ਮੇਰਾ 8 ਤੇ ਵੀ ਕੈਂਸਲ ਹੋ ਜਾਊਗਾ ਜੀ। ਹੁਣ ਅੱਗੇ ਦੇਖੋ ਏ ਦੀ ਐਫੀਸ਼ੀਐਂਸੀ ਇਸ ਦੇ ਮੁਤਾਬਕ ਕਿੰਨੀ ਆ ਜਾਊਗੀ, 20 ਆਊਗੀ। ਬੀ ਦੀ ਐਫੀਸ਼ੀਐਂਸੀ 10 ਆ ਜਾਊਗੀ, ਸੀ ਦੀ ਐਫੀਸ਼ੀਐਂਸੀ ਆ ਜਾਊਗੀ 6। ਠੀਕ ਹੈ ਜੀ, ਸੀ ਦੀ ਸੌਰੀ 8 ਆਊਗੀ ਜੀ ਸੀ ਦੀ ਐਫੀਸ਼ੀਐਂਸੀ। ਹੁਣ ਕੀ ਕਹਿ ਰਹੇ ਨੇ, ਕਹਿੰਦਾ 1/8 ਕੰਮ ਪੂਰਾ ਹੋ ਗਿਆ, ਮਤਲਬ ਕਿ 120 ਦਾ 1/8 ਦਾ ਵਰਕ ਪੂਰਾ ਹੋ ਗਿਆ, ਪਿੱਛੇ ਕਿੰਨਾ ਬਚ ਗਿਆ ਇਹਦਾ 7/8 ਬਚ ਗਿਆ, ਮਤਲਬ ਕਿ 8 ਦੇ ਵਿੱਚੋਂ 1 ਹਿੱਸਾ ਪੂਰਾ ਹੋ ਗਿਆ, 8 ਦੇ ਵਿੱਚੋਂ ਜਿਹੜੇ 7 ਪਾਰਟ ਨੇ ਉਹ ਬਾਕੀ ਰਹਿ ਗਏ। ਤਾਂ ਹੁਣ ਕੰਮ ਕੌਣ ਕਰ ਰਿਹਾ ਹੈਗਾ, ਕੌਣ ਕੌਣ ਸੀ ਲੀਵ ਕਰ ਗਿਆ ਜੌਬ ਨੂੰ, ਤਾਂ ਪਿੱਛੇ ਕੌਣ ਬਚ ਗਿਆ, ਏ ਤੇ ਬੀ ਬਚ ਕੇ, ਦੋਵਾਂ ਦੀ ਐਫੀਸ਼ੀਐਂਸੀ ਕਿੰਨੀ ਹੈਗੀ 30 ਹੈ। ਤਾਂ ਇਹਨੂੰ ਆਪਾਂ ਸੋਲਵ ਕਰ ਦਾਂਗੇ ਜੀ, 4 ਆ ਜਾਊਗਾ, ਉਰੇ ਕੈਂਸਲ ਕਰਾਂਗੇ 2 ਆ ਜਾਊਗਾ, ਕਿੰਨਾ ਆਂਸਰ ਆ ਜਾਊਗਾ 3.5 ਦੇ, ਮਤਲਬ ਕਿ 3 ਐਂਡ 1/2 ਦੇ। ਠੀਕ ਹੈ ਜੀ, ਇਸ ਤਰੀਕੇ ਨਾਲ ਆਪਾਂ ਇਹਨੂੰ ਕਰਾਂਗੇ ਜੀ। ਅੱਗੇ ਦੇਖੋ ਕੁਐਸਚਨ ਨੰਬਰ 22, ਇਹ ਤੁਸੀਂ ਕਰ ਰਹੇ ਹੋ ਜੀ 22, 23 ਦੇਖੋ। हाँ जी, देखो क्वेश्चन नंबर 24 की है, ABC कैन डू वर्क सेपरेटली इन 16, 32 and 48 days respectively. They start the work together, but B left off 8 days and C 6 days before the completion of work. In what time is the work finished? हाँ जी, देखो क्वेश्चन नंबर 24 की है जी, ABC कैन डू ए पीस ऑफ वर्क इन 16, 32 and 40 days respectively. ਤਾਂ ਦੇਖੋ ਜੀ ਆਹ ਚੀਜ਼ ਜੀ ਮੈਂ ਹੁਣ ਲਿਖ ਰਿਹਾ ਜੀ, ਜਿਹੜਾ ਮੈਂ ਨੀਚੇ ਲਿਖ ਰਿਹਾ ABC, ਮਤਲਬ ਤੁਸੀਂ ਇੱਥੋਂ ਹੀ ਐਲਸੀਐਮ ਨਿਕਾਲ ਲਿਆ ਕਰੋ, ਠੀਕ ਹੈ ਡਾਇਰੈਕਟ, ਜੇ ਹੋ ਸਕਦਾ ਪੋਸੀਬਲ ਤਾਂ 24 ਚੌਕ 96, 32 ਦੀ 96, 48 ਦੀਆਂ, ਠੀਕ ਹੈ ਜੀ, ਇਹਨਾਂ ਦੀ ਆਪਣੇ ਕੋਲੇ ਐਫੀਸ਼ੀਐਂਸੀ ਨਿਕਾਲ ਲਈ ਆਪਾਂ ਨੇ। ਹੁਣ ਕੀ ਕਹਿ ਰਹੇ ਨੇ ਆਪਾਂ ਨੂੰ, ਦੇ ਸਟਾਰਟ ਦਾ ਵਰਕ ਟੂਗੇਦਰ ਬਟ ਬੀ ਲੈਫਟ ਆਫ 8 days and C 6 days before the completion of work। ਤਾਂ ਦੇਖੋ ਜੀ ਵਰਕ 96 ਸੀ ਆਪਣੇ ਕੋਲ, 96 ਸੀਗਾ, ਜੇ ਬੀ 8 ਦਿਨ ਲੈਫਟ ਪਹਿਲਾਂ ਕਰਦਾ ਕੰਮ ਖਤਮ ਹੋਣ ਤੋਂ, ਸੀ 6 ਦਿਨ ਲੈਫਟ ਪਹਿਲਾਂ ਕਰਦਾ ਕੰਮ ਖਤਮ ਹੋਣ ਤੋਂ। ਜੇ ਆਪਾਂ ਕਹੀਏ ਵੀ ਬੀ, ਜੇ ਆਪਾਂ ਬੀ ਨੂੰ ਲੈਫਟ ਨਾ ਹੋਣ ਦਈਏ, ਮਤਲਬ ਕਿ ਤਾਂ 24 ਵਰਕ ਹੋਊਗਾ ਜੀ, ਹੋਰ ਐਕਸਟਰਾ ਹੋ ਜਾਊਗਾ, ਇਹ ਬੀ ਦਾ ਵਰਕ ਹੋ ਜਾਊਗਾ। ਤਾਂ ਸੀ ਕਿੰਨਾ ਕਰ ਦੂਗਾ ਐਕਸਟਰਾ, 6 ਦਿਨ ਦੇ ਵਿੱਚ 12 ਐਕਸਟਰਾ ਸੀ ਕਰ ਦੂਗਾ। ਠੀਕ ਹੈ ਜੀ, ਬੀ ਦੀ ਐਫੀਸ਼ੀਐਂਸੀ 3 ਤਾਂ ਬੀ 24 ਕਰ ਦੂਗਾ, ਤੇ ਸੀ ਐਕਸਟਰਾ ਕਿੰਨਾ ਕਰ ਦੂਗਾ 12 ਕਰ ਦੂਗਾ, ਤਾਂ ਇਹ ਬਣ ਜੂ ਆਪਣੇ ਕੋਲੇ 132 ਬਣ ਜੂਗਾ ਜੀ। ਤਾਂ ਹੁਣ 132 ਨੂੰ 132 ਜਿਹੜਾ ਵਰਕ ਹੈ ਆਪਣੇ ਕੋਲੇ, ਉਹਨੂੰ A ਪਲੱਸ B ਪਲੱਸ ਹੀ ਸਾਰੇ ਕਰ ਰਹੇ ਨੇ, ਇਹਨਾਂ ਦੀ ਐਫੀਸ਼ੀਐਂਸੀ ਕਿੰਨੀ ਬਣਦੀ ਹੈ 11। ਠੀਕ ਹੈ ਜੀ, ਤਾਂ ਇਹ 12 ਦਿਨ ਚ ਕੰਮ ਪੂਰਾ ਹੋ ਜਾਊਗਾ। ਠੀਕ ਹੈ ਜੀ, ਤਾਂ ਆਪਣੇ ਕੋਲ 12 ਆਂਸਰ ਆ ਜਾਊਗਾ। ਠੀਕ ਹੈ ਜੀ, ਇਹਨੂੰ ਠੀਕ ਕਰ ਲਿਓ, ਉਰੇ 16 ਆਊਗਾ, ਉਰੇ 6 ਆਊਗਾ, ਤਾਂ ਇਹ ਚੀਜ਼ 11 ਬਣ ਜੂ, ਤਾਂ 12 ਦੇ ਆਂਸਰ ਆਊਗਾ।